ਇਲੈਕਸ਼ਨ ਹੋ ਗਈ ਹੈ ਪੰਜਾਬ ਵਿੱਚ ਬੜੀ ਸੋਹਣੇ ਤਰੀਕੇ ਨਾਲ। ਤੇ ਹੁਣ ਸਾਰਿਆਂ ਨੂੰ 10 ਤਰੀਕ ਦਾ ਇੰਤਜ਼ਾਰ ਹੈ ਕਿ ਸਾਨੂੰ ਖੁਸ਼ਖਬਰੀ ਸੁਣਨ ਨੂੰ ਮਿਲੇ। ਇਹਦੇ ਵਿੱਚ ਹੀ ਕੱਲ੍ਹ ਮੈਂ ਇੱਕ ਨਿਊਜ਼ ਦੇਖੀ ਜਿਹਦੇ ਵਿੱਚ ਇਲੈਕਸ਼ਨ ਤੋਂ ਬਾਅਦ ਗੋਆ ਦੇ ਕੀ ਹਾਲਾਤ ਬਣ ਗਏ ਸੀ ਉਹਦੇ ਬਾਰੇ ਦੱਸਿਆ ਗਿਆ ਸੀ, ਤੇ ਇੱਕ ਦੋ ਹੋਰ ਜਗ੍ਹਾ ਬਾਰੇ ਵੀ ਦੱਸਿਆ ਗਿਆ ਜਿੱਥੇ ਕਿ ਬਹੁਤ ਸਾਰੀ ਗਿਣਤੀ ਦੇ ਵਿੱਚ MLA ਵਿਕ ਗਏ ਤੇ ਉਹਨੇ ਦੂਜੀਆਂ ਪਾਰਟੀਆਂ ਨੂੰ ਸਮਰਥਨ ਦੇਤਾ। ਤੇ ਇਸ ਤਰ੍ਹਾਂ ਜਿਹਨਾਂ ਪਾਰਟੀਆਂ ਨੇ ਹਾਰਨਾ ਸੀ ਉਹਨਾਂ ਨੂੰ ਬਹੁਮਤ ਹਾਸਲ ਹੋ ਗਈ ਤੇ ਸਰਕਾਰ ਉਹਨਾਂ ਦੀ ਬਣ ਗਈ। ਇਹ ਤਾਂ ਬਹੁਤ ਵੱਡਾ ਧੋਖਾ ਹੈ ਆਮ ਜਨਤਾ ਨਾਲ, ਆਮ ਲੋਕਾਂ ਨਾਲ, ਵੋਟਰਾਂ ਨਾਲ, ਸਪੋਰਟਰਾਂ ਨਾਲ, ਵਰਕਰਾਂ ਨਾਲ, ਹਰ ਕਿਸੇ ਉਸ ਇਨਸਾਨ ਨਾਲ ਜਿਹਨੇ ਵੋਟ ਕੀਤੇ ਹੈ। ਤਾਂ ਬਹੁਤ ਜ਼ਿਆਦਾ ਘਟੀਆਪਣ ਹੈ ਤੇ ਬਹੁਤ ਵੱਡਾ ਧੋਖਾ ਹੈ ਲੋਕਾਂ ਦੀਆਂ ਭਾਵਨਾਵਾਂ ਨਾਲ। ਤੁਸੀਂ ਕਿਸੇ ਪਾਰਟੀ ਦਾ ਨਾਮ ਲੈ ਕੇ ਲੋਕਾਂ ਕੋਲੇ ਆਉਣੇ ਹੋ ਤੇ ਉਹਨਾਂ ਤੋਂ ਵੋਟਾਂ ਲੈਣੇ ਹੋ, ਕਿਉਂਕਿ ਬਹੁਤ ਸਾਰੇ ਲੋਕ ਹੈ ਜੋ ਪਾਰਟੀਆਂ ਦੇ ਪਿੱਛੇ ਹੀ ਵੋਟ ਦਿੰਦੇ ਹੈ। ਉਹ ਨਹੀਂ ਦੇਖਦੇ ਕਿ ਕਿਸ ਇਨਸਾਨ ਨੂੰ ਉਹਨਾਂ ਦੇ ਅੱਗੇ ਉਮੀਦਵਾਰ ਬਣਾ ਕੇ ਖੜਾ ਕੀਤਾ ਹੈ, ਉਹ ਸਿਰਫ ਪਾਰਟੀ ਨੂੰ ਵੋਟ ਕਰਦੇ ਹੈ। ਤੇ ਉਹਨਾਂ ਲੋਕਾਂ ਨਾਲ ਤਾਂ ਫਿਰ ਬਹੁਤ ਵੱਡਾ ਧੋਖਾ ਹੋਇਆ ਨਾ। ਇਹ ਜੇ ਮੰਨ ਲਓ ਕਿਸੇ ਵੀ MLA ਨੂੰ ਜਿੱਤਣ ਤੋਂ ਬਾਅਦ ਆਪਦੀ ਪਾਰਟੀ ਪਸੰਦ ਨਹੀਂ ਆਉਂਦੀ ਤਾਂ ਉਸ ਨੂੰ ਇਹ ਚਾਹੀਦਾ ਹੈ ਕਿ ਉਹ ਅਸਤੀਫਾ ਦੇਵੇ ਤੇ ਦੁਬਾਰਾ ਇਲੈਕਸ਼ਨ ਲੜੇ ਜਾਂ ਆਜ਼ਾਦ ਇਲੈਕਸ਼ਨ ਲੜੇ। ਜੇ ਉਹ ਕਿਸੇ ਪਾਰਟੀ ਦੇ ਥਰੂ ਆ ਕੇ ਲੋਕਾਂ ਤੋਂ ਵੋਟਾਂ ਲੈ ਕੇ ਜਿੱਤਦਾ ਹੈ ਤਾਂ ਉਸ ਨੂੰ ਇਹ ਫਿਰ ਬਿਲਕੁਲ ਹੱਕ ਨਹੀਂ ਕਿ ਉਹ ਉਸ ਪਾਰਟੀ ਨੂੰ ਛੱਡ ਕੇ, ਉਸ ਪਾਰਟੀ ਨੂੰ ਧੋਖਾ ਦੇ ਕੇ, ਲੋਕਾਂ ਨੂੰ ਧੋਖਾ ਦੇ ਕੇ ਕਿਸੇ ਹੋਰ ਪਾਰਟੀ ਦਾ ਸਮਰਥਨ ਕਰੇ। ਤੇ ਇਸ ਦੇ ਵਿਰੁੱਧ ਹੁਣ ਆਪਾਂ ਨੂੰ ਆਵਾਜ਼ ਉਠਾਉਣੀ ਪਊਗੀ। ਸਾਰੇ ਇਕਜੁੱਟ ਹੋ ਜਾਓ। ਸਾਰੇ ਜਥੇਬੰਦੀਆਂ ਨੂੰ ਵੀ ਅਪੀਲ ਹੈ ਉਹ ਵੀ ਇਕਜੁੱਟ ਹੋ ਜਾਣ। ਕੋਈ ਵੀ ਲੋਕ ਭਲਾਈ ਸੰਸਥਾਵਾਂ, ਕੋਈ ਵੀ ਇਨਸਾਨ ਜਿਸ ਨੂੰ ਮਤਲਬ ਬੁਰਾਈ ਨਾਲ ਨਫ਼ਰਤ ਹੈ, ਉਹ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਵੋ ਤੇ ਇਸ ਚੀਜ਼ ਨੂੰ ਆਪਾਂ ਹੁਣ ਤੋਂ ਹੁਣ ਰੋਕਣਾ ਹੈ। ਕਿਸੇ ਵੀ MLA ਨੂੰ ਉਸਦੀ ਪਾਰਟੀ ਨਹੀਂ ਛੱਡਣ ਦਿੱਤੀ ਜਾਊਗੀ। ਉਹ ਦੂਸਰੀ ਪਾਰਟੀ ਨੂੰ ਸਮਰਥਨ ਨਹੀਂ ਦੇ ਸਕਦਾ। ਜੋ ਐਵੇਂ ਕਰੂਗਾ ਤਾਂ ਉਹਦਾ ਪੁਰਜ਼ੋਰ ਵਿਰੋਧ ਹੋਊਗਾ। ਲੋਕਾਂ ਸੜਕਾਂ ਤੇ ਉਤਰਨਗੇ, ਕਾਲੇ ਝੰਡੇ, ਜੁੱਤੀਆਂ ਦੇ ਹਾਰ, ਮੂੰਹ ਕਾਲਾ ਕੀਤਾ ਜਾਊਗਾ ਉਸ ਬੰਦੇ ਦਾ। ਜਿੱਥੋਂ ਤੱਕ ਵੀ ਜਾਇਆ ਗਿਆ ਲੋਕਾਂ ਨੂੰ ਜਾਣਾ ਚਾਹੀਦਾ ਹੈ, ਕਿਉਂਕਿ ਉਹ ਤੁਹਾਡੀਆਂ ਭਾਵਨਾਵਾਂ ਨਾਲ ਖੇਡ ਕੇ ਗਿਆ ਹੈ। ਤੁਹਾਨੂੰ ਉਹ ਧੋਖਾ ਦੇ ਰਿਹਾ ਹੈ ਬੰਦਾ। ਹਾਂ, ਅਗਰ ਕੋਈ ਵੀ ਕਿਸੇ ਵੀ ਆਜ਼ਾਦ ਉਮੀਦਵਾਰ ਖੜਾ ਹੋ ਕੇ ਉਸਨੇ ਇਹ ਜਿੱਤ ਹਾਸਲ ਕੀਤੀ ਹੈ ਤਾਂ ਉਸਨੂੰ ਪੂਰਾ ਹੱਕ ਹੈ ਉਹ ਕਿਸੇ ਵੀ ਪਾਰਟੀ ਨੂੰ ਸਮਰਥਨ ਦੇਵੇ। ਪਰ ਫਿਰ ਵੀ ਉਹਦਾ ਵੀ ਫਰਜ਼ ਬਣਦਾ ਹੈ ਕਿ ਉਹਨੇ ਵੀ ਕੁਝ ਉਹਦੇ ਸਪੋਰਟਰ ਹੋਣਗੇ, ਵਰਕਰ ਹੋਣਗੇ ਜਿਨ੍ਹਾਂ ਨੇ ਉਹਦੇ ਲਈ ਰਾਤ ਦਿਨ ਕੰਮ ਕੀਤਾ ਹੈ, ਉਹ ਉਹਨਾਂ ਦੀ ਸਹਿਮਤੀ ਵੀ ਜ਼ਰੂਰ ਲਵੇ। ਪਰ ਕਿਸੇ ਹੱਦ ਤੱਕ ਆਪ ਉਸਨੂੰ ਕਿਨਾਰੇ ਕਰ ਸਕਦੇ ਹਾਂ। ਪਰ ਜਿਹੜੇ ਉਮੀਦਵਾਰ ਕਿਸੇ ਪਾਰਟੀ ਦੇ ਥਰੂ ਆਏ ਆਪਣੇ ਤੋਂ ਵੋਟ ਲੈਣ, ਉਹਨਾਂ ਨੂੰ ਇਹ ਬਿਲਕੁਲ ਵੀ ਹੱਕ ਨਹੀਂ ਬਣਦਾ। ਤੇ ਉਹਨਾਂ ਨੂੰ ਹੁਣ ਤਿਆਰ ਹੋ ਜਾਣਾ ਚਾਹੀਦਾ। ਜੋ ਇੱਦਾਂ ਦੀ ਹਰਕਤ ਕਰਨਗੇ ਤਾਂ ਉਹਨਾਂ ਨੂੰ ਆਪਣਾ ਅੰਜਾਮ ਪਹਿਲਾਂ ਹੀ ਸੋਚ ਲੈਣਾ ਚਾਹੀਦਾ ਹੈ ਕਿ ਲੋਕ ਹੁਣ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੇ, ਧੋਖੇ ਨੂੰ। ਤੇ ਉਹਨਾਂ ਦਾ ਬਾਹਰ ਨਿਕਲਣਾ ਤੁਸੀਂ ਮੁਹਾਲ ਕਰ ਦਿਓ। ਕਿਤੇ ਵੀ ਉਹ ਬਾਹਰ ਨਾ ਨਿਕਲ ਸਕਣ। ਪਹਿਲੀ ਗੱਲ ਆ ਉਹਨਾਂ ਨੂੰ ਅਸਤੀਫਾ ਦੇਣਾ ਪੈ ਜੇ, ਇੱਦਾਂ ਦੇ ਹਾਲਾਤ ਪੈਦਾ ਕਰ ਦਿਓ। ਦੂਜੀ ਗੱਲ ਇਹ ਹੈ ਕਿ ਕਈ ਲੋਕ ਕਹਿੰਦੇ ਆ ਕਿਸਾਨ ਅੰਦੋਲਨ ਤੋਂ ਬਾਅਦ ਲੋਕਾਂ ਦੇ ਦਿਮਾਗ ਖਰਾਬ ਹੋ ਗਏ ਤੇ ਉਹਨਾਂ ਨੂੰ ਧਰਨੇ ਲਾਉਣੇ ਤੇ ਸੜਕਾਂ ਤੇ ਉਤਰਨ ਦੀ ਆਦਤ ਪੈ ਗਈ ਹੈ। ਇਸ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਦੀ ਹਾਂ ਕਿ ਜਦੋਂ ਕੋਈ ਵੀ ਬੁਰਾਈ ਸਿਖਰਾਂ ਤੇ ਪਹੁੰਚ ਜਾਂਦੀ ਹੈ ਤਾਂ ਉਸ ਨੂੰ ਨੱਥ ਪਾਉਣੀ ਪੈਂਦੀ ਹੈ। ਉਸ ਦਾ ਕਿਤੇ ਨਾ ਕਿਤੇ ਉਸ ਨੂੰ ਠੱਲਣਾ ਵੀ ਪੈਂਦਾ ਹੈ। ਜਦੋਂ ਆਪਾਂ ਕਈ ਦਿਨ ਵਿਹੜਾ ਨਹੀਂ ਹੁੰਜਦੇ ਤਾਂ ਉਹਨੂੰ ਕਈ ਵਾਰ ਉਸ ਨੂੰ ਧੋਣਾ ਪੈਂਦਾ, ਬੌਕਰ ਲਾਉਣੀ ਪੈਂਦੀ, ਸਫਾਈ ਜ਼ਿਆਦਾ ਹੱਦ ਤੱਕ ਕਰਨੀ ਪੈਂਦੀ ਹੈ। ਤੇ ਹੁਣ ਆਪਾਂ ਬਹੁਤ ਟਾਈਮ ਹੋ ਗਿਆ ਸੁੱਤੇ ਪਏ ਸੀ, ਆਪਾਂ ਨੂੰ ਪਤਾ ਹੀ ਨਹੀਂ ਸੀ ਸਰਕਾਰਾਂ ਕੀ ਕਰੀ ਜਾਂਦੀਆਂ। ਤੇ ਹੁਣ ਇਹ ਬਹੁਤ ਜ਼ਿਆਦਾ ਗੰਦਗੀ ਵੱਧ ਗਈ ਹੈ ਪੋਲੀਟਿਕਸ ਵਿੱਚ ਤੇ ਬੁਰਾਈ ਹੱਦ ਤੋਂ ਪਾਰ ਕਰ ਗਈ ਹੈ। ਹੁਣ ਇਹਦਾ ਮੂੰਹ ਮੋੜਨ ਲਈ ਆਪਾਂ ਨੂੰ ਖੜੇ ਹੋਣਾ ਪਊਗਾ। ਤੇ ਕੁਦਰਤ, ਵਾਹਿਗੁਰੂ, ਪ੍ਰਮਾਤਮਾ ਕਿਸੇ ਨਾ ਕਿਸੇ ਪੀੜ੍ਹੀ ਨੂੰ ਜ਼ਰੂਰ ਚੁਣਦੀ ਹੈ। ਸ਼ਾਇਦ ਇਸ ਵਾਰ ਆਪਣੀ ਪੀੜ੍ਹੀ ਨੂੰ ਇਹ ਚੁਣ ਲਿਆ, ਕਿਉਂਕਿ ਕਿਸੇ ਨਾ ਕਿਸੇ ਪੀੜ੍ਹੀ ਨੂੰ ਕੁਰਬਾਨੀ ਦੇਣੀ ਪੈਂਦੀ ਹੁੰਦੀ ਹੈ। ਜਦੋਂ ਕੋਈ ਵੀ ਬੁਰਾਈ ਸਿਖਰ ਤੇ ਪਹੁੰਚ ਜਾਵੇ ਤਾਂ ਉਸ ਨਾਲ ਲੜਨ ਲਈ ਕਿਸੇ ਪੀੜ੍ਹੀ ਨੂੰ ਖੜਾ ਹੋਣਾ ਪੈਂਦਾ ਹੈ। ਤੇ ਸ਼ਾਇਦ ਆਪਣੀ ਪੀੜ੍ਹੀ ਨੂੰ ਇਸ ਚੀਜ਼ ਲਈ ਚੁਣ ਲਿਆ ਗਿਆ। ਜੇ ਆਪਾਂ ਨਾ ਖੜੇ ਹੋਵਾਂਗੇ ਤਾਂ ਆਪਣੇ ਬੱਚਿਆਂ ਨੂੰ ਖੜਾ ਹੋਣਾ ਪਊਗਾ, ਕਿਉਂਕਿ ਬੁਰਾਈ ਹੱਦ ਰੋਜ਼ ਦੇ ਰੋਜ਼ ਇਹਦੀ ਹੱਦ ਵੱਧਦੀ ਜਾਂਦੀ ਹੈ। ਇਹ ਮਤਲਬ ਕਿ ਇੱਕ ਤਾਕਤਵਰ ਰੂਪ ਲੈ ਰਹੀ ਹੈ ਤੇ ਆਪਾਂ ਆਮ ਇਨਸਾਨ, ਆਪਣੇ ਬੱਚੇ, ਇਹਨਾਂ ਦਾ ਫਿਊਚਰ ਅੱਗੇ ਜਾ ਕੇ ਕਮਜ਼ੋਰ ਹੁੰਦਾ ਜਾਂਦਾ ਹੈ। ਜੇ ਆਪਾਂ ਅੱਜ ਨਹੀਂ ਲੜਾਂਗੇ ਤਾਂ ਬੁਰਾਈ ਹੋਰ ਤਕੜੀ ਹੋਊਗੀ। ਲੜਨਾ ਕਿਸੇ ਨਾ ਕਿਸੇ ਪੀੜ੍ਹੀ ਨੂੰ ਪੈਣਾ ਹੀ ਹੈ। ਫਿਰ ਅੱਜ ਕਿਉਂ ਨਾ ਆਪਾਂ ਆਪਦੇ ਬੱਚਿਆਂ ਦਾ ਭਵਿੱਖ ਕਿਉਂ ਨਾ ਸਵਾਰੀਏ।
ਤੇ ਅੱਜ ਹੀ ਕਿਉਂ ਨਾ ਜਾਗੀਏ ਤੇ ਖੜੇ ਹੋਈਏ। ਇਸ ਲਈ ਸਾਰਿਆਂ ਨੂੰ ਮੇਰੀ ਇਹ ਬੇਨਤੀ ਹੈ, ਜੇ ਤੁਹਾਨੂੰ ਚੰਗੀ ਲੱਗੇ ਤਾਂ ਇਹਨੂੰ ਅੱਗੇ ਸ਼ੇਅਰ ਕਰਿਓ ਤੇ ਇਸ ਦੇ ਖਿਲਾਫ ਖੜੇ ਹੋਣ ਲਈ ਤਿਆਰ ਹੋ ਜਾਓ 10 ਤਰੀਕ ਤੋਂ ਪਹਿਲਾਂ ਪਹਿਲਾਂ, ਕਿ MLA ਇਸ ਚੀਜ਼ ਬਾਰੇ ਸੋਚ ਵੀ ਨਾ ਸਕਣ ਕਿ ਉਹਨਾਂ ਨੇ ਆਪਦੀ ਪਾਰਟੀ ਛੱਡਣੀ ਹੈ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਥੈਂਕ ਯੂ।